ਰੰਗ ਰਾਤੇ ਸੁਹਾਵਾ ਕਰੇ ਸਰੇ ਸਜੋ ਜੋਤੀ ਰੇ ਰੰਗ ਰਾਤੇ ਤੇਰੇ ਕਬਨ ਕਬਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਧੰਨ ਵਾਹਿਗੁਰੂ ਸਾਹਿਬ ਜੀ, ਤਿਲੰਗ ਮਹਿਲਾ ਨੋਵਾ। ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਪੀ ਸੰਗ ਨਾ ਹੋਇਆ। ਰਹਾਉ ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨ ਹੋਇਆ। ਰਹਾਉ ਮਾਤ ਪਿਤਾ ਸੁਤ ਬੰਧ ਜਨ, ਹਿਤ ਜਾਸਿਉ ਕੀਨਾ। ਜਿਉ ਛੂਟਿਓ ਜਬ ਦੇਹ ਤੇ, ਡਾਰ ਅਗਨ ਮੈਂ ਦੀਨਾ। ਜੀਵਤ ਲੋ ਵਿਵਹਾਰ ਹੈ, ਜਗ ਕੋ ਤੁਮ ਜਾਨੋ। ਨਾਨਕ ਹਰ ਗੁਣ ਗਾਏ ਲੈ, ਸਭ ਸੁਫਨ ਸਮਾਨੋ। ਨਾਨਕ ਹਰ ਗੁਣ ਗਾਏ ਲੈ, ਸਭ ਸੁਫਨ ਸਮਾਨੋ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਸਦਕਾ ਇਸ ਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ। ਇੱਕ ਬਾਣੀ ਚੈਨਲ ਦਾ ਇਹ ਉਦਮ, ਇਹ ਉਪਰਾਲਾ, ਜਿਸ ਦੇ ਰਾਹੀਂ ਆਪਾਂ ਘਰੋਂ ਘਰੀ ਬੈਠ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ 400 ਸਾਲਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਇਹ ਜੋ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ, ਇਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਅਤੇ ਉਹਨਾਂ ਦੇ ਜੀਵਨ ਬਿਰਤਾਂਤ ਤੋਂ ਜੋ ਸੇਧਾਂ ਮਨੁੱਖਤਾ ਨੂੰ ਪ੍ਰਾਪਤ ਹੁੰਦੀਆਂ ਨੇ, ਜੋ ਉਹਨਾਂ ਦੇ ਉਪਦੇਸ਼ ਬਾਣੀ ਦੇ ਰਾਹੀਂ, ਉਹਨਾਂ ਦੇ ਜੀਵਨ ਦੇ ਰਾਹੀਂ ਸਾਨੂੰ ਪ੍ਰਾਪਤ ਹੁੰਦੇ ਨੇ, ਉਹਨਾਂ ਉਪਦੇਸ਼ਾਂ ਦੇ ਨਾਲ ਆਪਣਾ ਜੀਵਨ ਅਸੀਂ ਸਤਿਗੁਰੂ ਜੀ ਦੇ ਦੱਸੇ ਹੋਏ ਰਾਹ ਦੇ ਮੁਤਾਬਕ ਢਾਲਣ ਦਾ ਯਤਨ ਕਰੀਏ, ਤਾਂ ਕਿ ਸਾਡੇ ਇਹ ਜੋ ਸਮਾਗਮ, ਇਹ ਜੋ ਸ਼ਤਾਬਦੀਆਂ ਮਨਾਈਆਂ ਸਫਲ ਹੋ ਜਾਣ। ਸੋ ਆਓ ਸਤਿਗੁਰੂ ਜੀ ਦੇ ਜੀਵਨ ਅਤੇ ਉਹਨਾਂ ਦੀ ਜੋ ਉਪਦੇਸ਼ ਹਨ, ਜਿਸ ਵਿਸ਼ੇ 'ਤੇ ਆਪਾਂ ਲਗਾਤਾਰ ਲੜੀਵਾਰ ਵਿਚਾਰ ਕਰ ਰਹੇ ਹਾਂ, ਉਸ ਲੜੀ ਨੂੰ ਅਗਾਂਹ ਤੋਰਨ ਦਾ ਯਤਨ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ, ਫਿਰ ਵਿਚਾਰਾਂ ਦੇ ਨਾਲ ਸਾਂਝ ਪਾਉਣ ਦਾ ਯਤਨ ਕਰਦੇ ਹਾਂ। ਸੋ ਦਿਓ ਅਸੀਸ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਹਨਾਂ ਦਾ ਜੀਵਨ ਜਿਸ ਵੇਲੇ ਮਨੁੱਖ ਦੇ ਸਾਹਮਣੇ ਆਉਂਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਹ ਸ਼ਖਸੀਅਤ, ਜਿਸ ਸ਼ਖਸੀਅਤ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਦੇ ਤਿਆਗ ਦੇ ਰੂਪ ਦੇ ਵਿੱਚ, ਕਦੇ ਵਿਰਾਗ ਦੇ ਰੂਪ ਦੇ ਵਿੱਚ,
ਤੇ ਕਦੇ ਤੇਗ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਜੀਵਨ ਨੂੰ ਜਦੋਂ ਅਸੀਂ ਉਹਨਾਂ ਦੇ ਉਪਦੇਸ਼ਾਂ ਰਾਹੀਂ ਸਮਝਣ ਦਾ ਯਤਨ ਕਰਦੇ ਹਾਂ, ਜਿੱਥੇ ਅਸੀਂ ਸਭ ਤੋਂ ਪਹਿਲੇ ਦੀਵਾਨ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਵਿਚਾਰ ਉਸ ਰੱਬ ਪਰਮਾਤਮਾ ਪਰਮੇਸ਼ਵਰ ਦੇ ਪਰਥਾਏ ਕਿ ਉਸ ਦੀ ਵਿਆਪਕਤਾ, ਉਸ ਰੱਬ ਪਰਮਾਤਮਾ ਪਰਮੇਸ਼ਵਰ ਦਾ ਹਰ ਹਿਰਦੇ ਘਰ ਵਿੱਚ ਵਿਆਪਕ ਹੋਣਾ, ਇੱਕ ਰਸ ਵਿਆਪਕਤਾ ਜੋ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਕਿ ਉਹ ਪ੍ਰਭੂ ਪਰਮਾਤਮਾ ਪਰਮੇਸ਼ਵਰ ਹਰ ਮਨੁੱਖ ਦੇ ਅੰਦਰ, ਹਰ ਇੱਕ ਜਗ੍ਹਾ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਹੋਂਦ, ਉਸ ਪ੍ਰਭੂ ਦੀ ਹੋਂਦ ਕਾਇਮ ਹੈ। ਉਸ ਦੀ ਵਿਆਪਕਤਾ ਨੂੰ ਸਤਿਗੁਰੂ ਜੀ ਦਾ ਇੱਕ ਉਪਦੇਸ਼ ਅਸੀਂ ਮੁੱਖ ਕਰਕੇ ਸਾਂਝਾ ਕੀਤਾ ਸੀ। ਉਸ ਤੋਂ ਉਪਰੰਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਨੁੱਖੀ ਜੀਵਨ ਦਾ ਮਨੋਰਥ, ਮਨੁੱਖ ਦਾ ਸੰਸਾਰ ਦੇ ਵਿੱਚ ਆਉਣਾ, ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਆਪਣਾ ਇਸ ਮਨੁੱਖੀ ਜੀਵਨ ਦਾ ਕੀ ਲਾਹਾ ਪ੍ਰਾਪਤ ਕਰਨਾ ਹੈ, ਇਸ ਨੂੰ ਵੀ ਆਪਾਂ ਪਿਛਲੇ ਜੋ ਦੀਵਾਨ ਦੇ ਵਿੱਚ ਅਸੀਂ ਇਸ ਨੂੰ ਵਿਚਾਰਨ ਦਾ ਯਤਨ ਕੀਤਾ ਸੀ, ਜਿੱਥੇ ਆਪਾਂ ਪ੍ਰਭੂ ਪਰਮਾਤਮਾ ਪਰਮੇਸ਼ਵਰ ਦੀ ਵਿਆਪਕਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਅਸੀਂ ਉਹਨਾਂ ਨੇ ਬਖਸ਼ਿਸ਼ ਜੋ ਕੀਤੀ ਹੈ ਉਸ ਨੂੰ ਵਿਚਾਰਿਆ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਨੁੱਖੀ ਜੀਵਨ ਦੇ ਮਨੋਰਥ ਦੀ ਗੱਲ ਸਾਡੇ ਨਾਲ ਸਾਂਝੀ ਕੀਤੀ ਸੀ, ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਪਰਥਾਏ ਵੀ ਆਪਾਂ ਕੁਝ ਨਾ ਕੁਝ ਉਹਨਾਂ ਦਾ ਜੋ ਜੀਵਨ ਯਾਤਰਾ ਸੀ, ਜੋ ਜੀਵਨ ਕਾਲ ਦਾ ਸਮਾਂ ਸੀ, ਜੋ ਤਾਰੀਖ ਵਾਈਜ਼ ਅਸੀਂ ਉਸ ਨੂੰ ਵਿਚਾਰਨ ਦਾ ਯਤਨ ਕੀਤਾ, ਜਿਹਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜੋ ਉਹਨਾਂ ਦਾ ਜੀਵਨ ਅਸੀਂ ਪਿਛਲੇ ਜੋ ਦੀਵਾਨ ਦੇ ਵਿੱਚ ਵੇਖਿਆ ਸੀ ਕਿ ਸਤਿਗੁਰੂ ਜੀ ਦਿੱਲੀ ਦੇ ਵਿੱਚੋਂ ਜਿਸ ਵੇਲੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਗੁਰਤਾ ਗੱਦੀ 'ਤੇ ਸੁਭਾਇਮਾਨ ਹੈ ਅਤੇ ਉਹਨਾਂ ਦੇ ਨਾਲ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਣ ਤੋਂ ਪਹਿਲੀ ਅਤੇ ਆਖਰੀ ਮੁਲਾਕਾਤ ਦਿੱਲੀ ਦੇ ਵਿੱਚ ਹੋਈ ਹੈ। ਉੱਥੇ ਨਾਲ ਦੀ ਨਾਲ ਅਸੀਂ ਅੱਜ ਦੇ ਜੋ ਇਸ ਦੀਵਾਨ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇੱਕ ਉਪਦੇਸ਼ ਹੋਰ ਜਿਸ ਨੂੰ ਅਸੀਂ ਸਾਂਝਾ ਕਰਨ ਦਾ ਯਤਨ ਕਰਨਾ, ਉਹਨਾਂ ਦੀ ਬਾਣੀ ਦੇ ਰਾਹੀਂ ਕਿ ਜਿੱਥੇ ਸਤਿਗੁਰੂ ਜੀ ਨੇ ਮਨੁੱਖ ਨੂੰ ਪ੍ਰਭੂ ਪਰਮਾਤਮਾ ਪਰਮੇਸ਼ਵਰ ਦੀ ਵਿਆਪਕਤਾ ਦਰਸਾਈ, ਮਨੁੱਖੀ ਜੀਵਨ ਦਾ ਮਨੋਰਥ ਦਰਸਾਇਆ, ਉੱਥੇ ਨਾਲ ਦੀ ਨਾਲ ਹੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਸੰਸਾਰ ਦੀ ਨਾਸ਼ਵਾਨਤਾ ਦਾ ਜ਼ਿਕਰ ਵੀ ਕੀਤਾ ਹੈ ਕਿ ਮਨੁੱਖ ਮਾਇਆ ਦੇ ਮੋਹ ਵਿੱਚ, ਆਪਣੇ ਸੁੱਖ ਸਹੂਲਤਾਂ ਦੇ ਮੋਹ ਵਿੱਚ, ਆਪਣੇ ਸੰਬੰਧੀਆਂ ਦੇ ਮੋਹ ਦੇ ਵਿੱਚ ਮਨੁੱਖ ਜਦੋਂ ਫਸਦਾ ਹੈ, ਉਸ ਦੀ ਵਿਰਤੀ ਜਦੋਂ ਇਸ ਜਗ੍ਹਾ ਦੇ ਉੱਤੇ ਆ ਜਾਂਦੀ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਕਿ ਭਲਿਓ ਇਸ ਸੰਸਾਰ ਦੇ ਜਿਹੜਾ ਇਹ ਸੰਸਾਰ ਅਸੀਂ ਵੇਖਦੇ ਹਾਂ, ਇਹਦੀਆਂ ਪ੍ਰਾਪਤੀਆਂ, ਇਹ ਜਿਹੜੇ ਸੁੱਖ ਅਸੀਂ ਭੋਗਦੇ ਹਾਂ, ਇਹ ਸਾਰੇ ਹੀ ਨਾਸ਼ਵਾਨ ਹਨ, ਇਹ ਸਥਿਰ ਰਹਿਣ ਵਾਲੇ ਨਹੀਂ ਹਨ। ਸਤਿਗੁਰੂ ਜੀ ਨੇ ਇਸ ਦਾ ਜ਼ਿਕਰ ਕੀਤਾ ਹੈ ਬਾਣੀ ਦੇ ਅੰਦਰ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨਸੇ ਨੀਤ। ਕਹਿੰਦੇ ਕਿ ਜਿਸ ਤਰ੍ਹਾਂ ਜਲ ਦੇ ਵਿੱਚ ਜਦੋਂ ਪਾਣੀ ਹੁੰਦਾ ਨਾ, ਪਾਣੀ ਚੱਲ ਰਿਹਾ ਹੁੰਦਾ, ਉਹਦੇ ਵਿੱਚ ਬੁਲਬੁਲੇ ਬਣਦੇ ਨੇ, ਉਹ ਬੁਲਬੁਲੇ ਬਣਦੇ ਨੇ, ਫਿਰ ਉਹ ਬੁਲਬੁਲੇ ਜਿਹੜੇ ਹੁੰਦੇ ਨੇ ਬੈਠ ਜਾਂਦੇ ਨੇ। ਉਪਜੇ ਬਿਨਸੇ ਨੀਤ, ਉਹ ਬਣਦੇ ਨੇ, ਉਹ ਫਿਰ ਉਹਦੇ ਵਿੱਚ ਪੈਦਾ ਹੁੰਦੇ ਨੇ, ਫਿਰ ਸਾਹਮਣੇ ਨਜ਼ਰ ਆਉਂਦੇ ਨੇ, ਫਿਰ ਉਹਦੇ ਵਿੱਚ ਸਮਾ ਜਾਂਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਸੰਸਾਰ ਨੂੰ ਉਸ ਰੱਬ ਪਰਮਾਤਮਾ ਪਰਮੇਸ਼ਵਰ ਦੀ ਇਹ ਰਚਨਾ ਦੱਸਿਆ। ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ, ਜਗ ਰਚਨਾ ਤੈਸੇ ਰਚੀ। ਇਹ ਜਿਹੜੀ ਜਗਤ ਦੀ ਰਚਨਾ ਹੈ, ਉਸ ਪਰਮਾਤਮਾ ਨੇ, ਪਰਮੇਸ਼ਵਰ ਨੇ ਇਸੇ ਤਰ੍ਹਾਂ ਰਚੀ ਹੋਈ ਹੈ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ, ਹੇ ਮੇਰੇ ਮਿੱਤਰ ਪਿਆਰੇ, ਇਸ ਨੂੰ ਤੂੰ ਸੁਣ, ਇਸ ਨੂੰ ਆਪਣੇ ਮਨ ਵਿੱਚ ਵਸਾ ਕਿ ਇਹ ਜਿਹੜਾ ਸੰਸਾਰ ਹੈ ਨਾ, ਇਹ ਨਾਸ਼ਵਾਨ ਹੈ, ਇਹ ਇੱਕ ਬੁਲਬੁਲੇ ਦੀ ਨਿਆਈ ਹੈ, ਅਤੇ ਜਿਸ ਤਰ੍ਹਾਂ ਬੁਲਬੁਲਾ ਬਣਦਾ ਉਸ ਦੀ ਕੋਈ ਹੋਂਦ ਬਾਅਦ ਵਿੱਚ ਨਜ਼ਰ ਨਹੀਂ ਆਉਂਦੀ, ਉਹ ਜਿੱਥੋਂ ਉੱਠਦਾ ਉਹਦੇ ਵਿੱਚ ਫਿਰ ਸਮਾ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਸੰਸਾਰ ਦੇ ਵਿੱਚ ਪੈਦਾ ਹੁੰਦਾ ਅਤੇ ਇਸੇ ਤਰ੍ਹਾਂ ਇਸੇ ਹੀ ਸੰਸਾਰ ਦੇ ਵਿੱਚ ਜਿਹੜੇ ਤੱਤਾਂ ਦੇ ਨਾਲ ਮਨੁੱਖ ਸੰਸਾਰ ਵਿੱਚ ਪੈਦਾ ਹੋਇਆ ਸੀ, ਫਿਰ ਉਹਨਾਂ ਤੱਤਾਂ ਦੇ ਵਿੱਚ ਜਾ ਕੇ ਸਮਾ ਜਾਂਦਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸੰਸਾਰ ਦੀ ਰੀਤ ਨੂੰ ਫਿਰ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਇਹ ਵੀ ਗੱਲ ਸਾਡੇ ਨਾਲ ਸਾਂਝੀ ਕੀਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਸੰਸਾਰ ਹੈ ਕਿਸ ਤਰ੍ਹਾਂ ਦਾ ਹੈ। ਨਾਸ਼ਵਾਨਤਾ ਦੀ ਗੱਲ ਕੀਤੀ ਹੈ, ਇਹ ਖਤਮ ਹੋ ਜਾਣ ਵਾਲਾ ਹੈ, ਸਥਿਰ ਨਹੀਂ ਹੈ ਸਦਾ। ਤੇ ਫਿਰ ਹੈ ਕਿਸ ਤਰ੍ਹਾਂ ਦਾ ਹੈ? ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਬਾਰੂ ਭੀਤ ਬਣਾਈ ਰਚ ਪਚ। ਬਾਰੂ ਭੀਤ, ਰੇਤ ਦੀ ਇੱਕ ਦੀਵਾਰ ਅਸੀਂ ਬਣਾ ਕੇ ਉਸ ਨੂੰ ਰਚ ਕੇ ਉਸ ਨੂੰ ਅਸੀਂ ਪਲਸਤਰ ਕਰੀਏ, ਉਸ ਨੂੰ ਤਿਆਰ ਕਰੀਏ, ਅਤੇ ਕੀ ਭਲਿਓ ਰੇਤ ਦੀ ਦੀਵਾਰ ਜਿਹੜੀ ਹੁੰਦੀ ਹੈ ਉਹ ਸਦੀਵ ਟਿਕ ਜਾਏਗੀ? ਬਾਰੂ ਭੀਤ ਬਣਾਈ ਰਚ ਪਚ,
ਰਹਿਤ ਨਹੀਂ ਦਿਨ ਚਾਰ। ਉਹ ਤੇ ਭਲਿਓ 4 ਦਿਨ ਵੀ ਰਹਿਣ ਵਾਲੀ ਨਹੀਂ ਹੈ, ਉਹ ਖਤਮ ਹੋ ਜਾਣ ਵਾਲੀ। ਜਦੋਂ ਪਾਣੀ ਲੱਗਿਆ ਉਹਦੇ ਚੋਂ ਨਿਕਲ ਗਈ ਰੇਤ, ਆਪਣੇ ਆਪ ਹੀ ਉਹ ਦੀਵਾਰ ਫਿਰ ਡਿੱਗ ਜਾਣੀ ਹੈ। ਸਤਿਗੁਰੂ ਜੀ ਨੇ ਉਦਾਹਰਨ ਦੇ ਕੇ ਮਨੁੱਖ ਦੇ ਜੀਵਨ ਨੂੰ ਇਹ ਸਮਝਾਉਣ ਦਾ ਯਤਨ ਕੀਤਾ, ਤੈਸੇ ਹੀ ਇਹ ਸੁਖ ਮਾਇਆ ਕੇ, ਇਹ ਜਿਹੜੇ ਸੁਖ ਅਸੀਂ ਮਾਇਆ ਦੇ ਪ੍ਰਾਪਤ ਕਰਨੇ ਹਨ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ। ਉਹ ਭਲਿਆ ਕਾਹਦੇ ਨਾਲ ਤੂੰ ਇਹਦੇ ਵਿੱਚ ਉਰਜ ਗਿਆ ਹੋਇਆ ਹੈ। ਇਹ ਤੇ ਬਾਰੂ ਭੀਤ ਦੀ ਤਰ੍ਹਾਂ ਹਨ। ਇਹ ਜਿਹੜੇ ਸੰਸਾਰ ਦੇ ਅਸੀਂ ਸਾਰੇ ਸੁੱਖ ਵੇਖਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖ ਨੂੰ ਜਗਾਣਾ ਕਰਦੇ ਨਾ, ਉਹ ਭਲਿਆ ਜਾਗ। ਜਿਹੜੇ ਸੁੱਖ ਜਿਹੜੇ ਸੰਬੰਧੀ ਤੇਰੇ ਹਨ, ਜਿਹੜੇ ਤੂੰ ਮਾਇਆ ਦੀ ਖਾਤਰ ਆਪਣਾ ਇਹ ਅਮੋਲਕ ਜੀਵਨ ਬਰਬਾਦ ਕਰ ਰਹੇ ਹੈ, ਧਨ ਦਾਰਾ ਸੰਪਤ ਗ੍ਰਹਿ, ਇਹ ਜਿਹੜਾ ਧਨ ਹੈ, ਇਹ ਜਿਹੜਾ ਦਾਰਾ ਸੰਪਤ, ਜੋ ਸੰਪਤੀ ਹੈ, ਜੋ ਘਰ-ਬਾਰ ਦੀ ਖਾਤਰ ਤੂੰ ਭੱਜ ਰਿਹਾ ਹੈ ਭਲਿਆ, ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨਾ। ਕੱਚ ਸੰਗ ਨਾ ਚਾਲੇ ਸਮਝ ਲਹੇ, ਇਹ ਤੇਰੇ ਨਾਲ ਤੁਰਨ ਵਾਲੇ ਨਹੀਂ ਨਾ ਭਲਿਆ, ਇਹ ਥੋੜ੍ਹਾ ਤੇਰੇ ਨਾਲ ਜਾਣ ਵਾਲੇ ਨੇ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਜ ਦੇ ਇਸ ਉਪਦੇਸ਼ ਦੇ ਅੰਦਰ ਸਾਨੂੰ ਜਗਾਣਾ ਕਰਦੇ ਨੇ ਭਲਿਆ ਕਿ ਜਾਗ। ਇਹ ਜਿਹੜਾ ਤੂੰ ਮਾਇਆ ਦੀ ਮੋਹ ਵਿੱਚ ਸੁੱਤਾ ਹੋਇਆ, ਇਹ ਜੋ ਆਪਣੇ ਜੀਵਨ ਨੂੰ ਤੂੰ ਬੇਅਰਥ ਗਵਾ ਰਿਹਾ, ਉਸ ਦੇ ਵਿੱਚੋਂ ਨਿਕਲ, ਤਾਂ ਕਿ ਤੇਰਾ ਉਸ ਰੱਬ ਪਰਮਾਤਮਾ ਪਰਮੇਸ਼ਵਰ ਨਾਲ ਜੁੜ, ਤਾਂ ਕਿ ਤੇਰਾ ਇਸ ਸੰਸਾਰ ਦੇ ਵਿੱਚ ਆਇਆ ਸਫਲ ਹੋ ਜਾਏ। ਜਿਹਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਗੱਲ ਸਮਝਾਉਣ ਦਾ ਯਤਨ ਕੀਤਾ ਕਿ ਭਲਿਓ ਇੱਕ ਗੱਲ ਯਾਦ ਰੱਖੀ, ਤੇਰੇ ਜਿਤਨੇ ਵੀ ਸੱਜਣ ਸੰਬੰਧੀ ਹਨ ਨਾ, ਉਹ ਆਪਣੇ ਹੀ ਇੱਕ ਮਤਲਬ ਵਾਸਤੇ ਤੇਰੇ ਨਾਲ ਜੁੜੇ ਹੋਏ ਨੇ। ਸਤਿਗੁਰ ਸੱਚੇ ਪਾਤਸ਼ਾਹ ਬੜੇ ਕੀਮਤੀ ਲਫ਼ਜ਼ਾਂ ਦੇ ਵਿੱਚ ਗੁਰਬਾਣੀ ਦੇ ਅੰਦਰ ਇਹ ਉਪਦੇਸ਼ ਬਖਸ਼ਿਸ਼ ਕਰਦੇ ਨੇ, ਪ੍ਰੀਤਮ ਜਾਨ ਲਿਓ ਮਨ ਮਾਹੀ। ਹੇ ਪ੍ਰੀਤਮ, ਹੇ ਪਿਆਰੇ, ਇਹ ਗੱਲ ਆਪਣੇ ਮਨ ਵਿੱਚ ਪੱਕੀ ਕਰਕੇ ਬਿਠਾ ਲਈ ਭਲਿਆ, ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ। ਸਾਰੇ ਤੇ ਆਪਣੇ ਸੁੱਖਾਂ ਵਾਸਤੇ ਅਸੀਂ ਜੁੜੇ ਹੋਏ ਹਾਂ। ਇੱਕ ਦੂਜੇ ਦੇ ਨਾਲ ਜੁੜਨਾ ਕੀ ਹੈ, ਸਾਡਾ ਇੱਕ ਦੂਜੇ ਦੇ ਨਾਲ ਮੇਲ ਜੋਲ ਕੀ ਹੈ ਕਿ ਮੈਨੂੰ ਕਿਸੇ ਕੋਲੋਂ ਕੁਝ ਚਾਹਤ ਹੈ, ਕਿਸੇ ਨੂੰ ਮੇਰੇ ਕੋਲੋਂ ਕੁਝ ਚਾਹਤ ਹੈ। ਇਸੇ ਮੋਹ ਵਿੱਚ ਤੇ ਸੰਸਾਰ ਬੱਝਾ ਹੋਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੁਨੀਆ ਨੂੰ ਇਹ ਸਮਝਾਉਂਦੇ ਨੇ, ਉਹ ਭਲਿਓ ਇਹਨਾਂ ਸੁੱਖਾਂ ਕਰਕੇ, ਇਹਨਾਂ ਮੋਹ ਕਰਕੇ ਉਸ ਰੱਬ ਪਰਮਾਤਮਾ ਪਰਮੇਸ਼ਵਰ ਨੂੰ ਨਾ ਵਿਸਾਰਿਓ। ਉਹ ਭਲਿਆ ਉਸ ਨੂੰ ਯਾਦ ਰੱਖੀ ਹਰ ਵੇਲੇ, ਕਿਉਂ ਕਿ ਤੇਰੇ ਜੀਵਨ ਦੇ ਵਿੱਚ ਅੰਤ ਸਹਾਈ ਉਸ ਰੱਬ ਪਰਮਾਤਮਾ ਪਰਮੇਸ਼ਵਰ ਦੇ ਨਾਮ ਨੇ ਹੋਣਾ। ਜਗਾਉਣਾ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਕਹਿੰਦੇ ਨੇ ਭਲਿਓ ਜੋ ਸ਼ਬਦ ਮੈਂ ਆਪ ਨਾਲ ਸਾਂਝਾ ਕੀਤਾ, ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ। ਕਿੱਥੇ ਤੂੰ ਗਫਲਤ ਦੀ ਨੀਂਦਰ, ਬੇਪਰਵਾਹੀ ਦੀ ਨੀਂਦਰ, ਨਿਸ਼ਚਿੰਤ ਹੋ ਕੇ ਸੁੱਤਾ ਹੋਇਆ ਤੂੰ ਮਾਇਆ ਦੇ ਮੋਹ ਵਿੱਚ। ਇਹ ਸੁੱਤਾ ਹੋਇਆ ਹੈ ਭਲਿਆ ਤੂੰ, ਜਾਗ। ਇਸ ਨੀਂਦਰ ਦੇ ਵਿੱਚੋਂ ਉੱਠ, ਜਾਗ। ਤੇ ਦਾਸ ਇੱਕ ਬੇਨਤੀ ਅਕਸਰ ਕਰਿਆ ਕਰਦਾ, ਸੁੱਤਾ ਹੋਵੇ ਨਾ ਭਲਿਓ ਕੋਈ ਤੇ ਅਸੀਂ ਉਸ ਨੂੰ ਆਵਾਜ਼ ਮਾਰੀਏ, ਅਸੀਂ ਆਖੀਏ ਭਾਈ ਉੱਠ। ਸਾਡੇ ਬੱਚੇ ਘਰ ਵਿੱਚ ਕਈ ਵਾਰੀ ਸਕੂਲ ਜਾਣਾ ਹੁੰਦਾ, ਕਿਤੇ ਟਿਊਸ਼ਨ ਜਾਣਾ ਜਾਂ ਹੋਰ ਕੰਮ ਜਾਣਾ, ਅਸੀਂ ਬੱਚਿਆਂ ਨੂੰ ਉਠਾਉਣ ਜਾਈਏ ਤੇ ਅਸੀਂ ਬੱਚਿਆਂ ਨੂੰ ਜਾ ਕੇ ਆਖੀਏ ਬੱਚੇ ਉੱਠੋ, ਇੱਕ ਵਾਰੀ ਹਿਲਾਵਾਂਗੇ, ਇੱਕ ਵਾਰੀ ਆਵਾਜ਼ ਮਾਰਾਂਗੇ। ਜੇ ਗੂੜੀ ਨੀਂਦ ਹੋਏਗਾ ਅਸੀਂ ਜਾ ਕੇ ਉਸ ਨੂੰ ਹਿਲਾਵਾਂਗੇ। ਉਸ ਨੂੰ ਹਿਲਾ ਕੇ ਜਦੋਂ ਅਸੀਂ ਫਿਰ ਜਾ ਕੇ ਹਿਲਾਵਾਂਗੇ, ਆਵਾਜ਼ ਮਾਰਾਂਗੇ, ਤੇ ਜੇ ਤੇ ਬੱਚਾ ਹੋਇਆ ਸੁੱਤਾ ਤੇ ਉੱਠ ਜਾਏਗਾ। ਤੇ ਜੇ ਬੱਚਾ ਕੋਈ ਘੇਸਲ ਵੱਟ ਕੇ ਬਹਿ ਗਿਆ, ਜੇ ਕੋਈ ਮਨੁੱਖ ਘੇਸਲ ਵੱਟ ਕੇ ਬਹਿ ਜਾਏ ਤੇ ਉਸ ਦੇ ਉੱਤੇ ਆਵਾਜ਼ ਵੀ ਅਸਰ ਨਹੀਂ ਕਰਦੀ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਮਨੁੱਖ ਨੂੰ ਹਮੇਸ਼ਾ ਹੀ ਸੱਦ ਮਾਰਦੀ ਹੈ, ਆਵਾਜ਼ਾਂ ਮਾਰਦੀ ਹੈ, ਕਹਿੰਦੀ ਹੈ ਭਲਿਆ ਜਾਗ, ਸੁਚੇਤ ਕਰਦੇ ਹਨ ਸਤਿਗੁਰ ਸੱਚੇ ਪਾਤਸ਼ਾਹ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਜੀਵਨ ਆਪਾਂ ਨਾਲ ਲੈ ਕੇ ਤੁਰ ਰਹੇ ਹਾਂ, ਜਿਸ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਪਿਛਲੇ ਦੀਵਾਨ ਦੇ ਵਿੱਚ ਆਪਾਂ ਵੇਖਿਆ ਸੀ ਕਿ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੂੰ ਮਿਲਣ ਤੋਂ ਬਾਅਦ ਦਿੱਲੀ ਦੇ ਵਿੱਚ ਕੁਝ ਸਮਾਂ ਰਹੇ ਨੇ। ਉੱਥੇ ਮਾਤਾ ਸੁਲੱਖਣੀ ਜੀ ਵੀ ਸਨ, ਸਭ ਦੇ ਨਾਲ ਉੱਥੇ ਵਿਚਾਰ ਵਟਾਂਦਰੇ ਹੋਏ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਹੁਕਮ ਹੋਇਆ ਕਿ ਤੁਸੀਂ ਬਾਬਾ ਬਕਾਲਾ ਚਲੇ ਜਾਓ। ਇਤਿਹਾਸ ਦੇ ਜਿਹੜੇ ਗੁੰਝਲਾਂ ਅਸੀਂ ਜਦੋਂ ਖੋਲ੍ਹਦੇ ਹਾਂ, ਜਦੋਂ ਅਸੀਂ ਉਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦੇ ਵਿੱਚੋਂ ਕੁਝ ਤੱਤ ਕੱਢਣ ਦਾ ਯਤਨ ਕਰਦੇ ਹਾਂ, ਤੇ ਉਸ ਵੇਲੇ ਜਦੋਂ ਅਸੀਂ ਹਾਲਾਤ ਵੇਖਦੇ ਹਾਂ, ਸਿੱਖ ਇਨਕਲਾਬ ਜਿਹੜਾ ਸੀ, ਇਸ ਨੂੰ ਕੁਚਲਣ ਦੇ ਲਈ, ਇਸ ਨੂੰ ਖਤਮ ਕਰਨ ਦੇ ਲਈ, ਦਬਾਉਣ ਦੇ ਲਈ ਬੜੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਸਨ, ਬੜੀਆਂ ਸਰਗਰਮੀਆਂ ਤੇਜ਼ ਸਨ ਕਿ ਇਸ ਲਹਿਰ ਨੂੰ ਰੋਕਿਆ ਜਾਏ। ਕਿਉਂਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੋਂ ਪਹਿਲਾਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ, ਉਹਨਾਂ ਤੋਂ ਪਹਿਲਾਂ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ, ਗੁਰੂ ਹਰਗੋਬਿੰਦ ਪਾਤਸ਼ਾਹ, ਇਹ ਸਰਗਰਮੀਆਂ ਸਤਿਗੁਰਾਂ ਸੱਚੇ ਪਾਤਸ਼ਾਹ ਜੀ ਨੇ
ਇਨਕਲਾਬ ਦੇ ਰੂਪ ਦੇ ਵਿੱਚ ਸਨ। ਦੁਨੀਆ ਦੇ ਲੋਕ ਗੁਰੂ ਨਾਨਕ ਦੀ ਇਸ ਫਿਲਸਫੇ ਨੂੰ, ਇਸ ਆਵਾਜ਼ ਨੂੰ ਬੁਲੰਦ ਕਰ ਰਹੇ ਸਨ। ਜਿਹੜੀ ਹਕੂਮਤ ਸੀ ਉਹ ਆਪਣੀਆਂ ਗੋਂਦਾਂ ਗੁੰਦ ਰਹੀ ਸੀ, ਆਪਣੀਆਂ ਚਾਲਾਂ ਚੱਲ ਰਹੀ ਸੀ। ਗੁਰੂ ਘਰ ਦੇ ਵਿੱਚ ਗੁਰੂ ਪੁੱਤਰਾਂ ਨੂੰ ਬਰਗਲਾਉਣ ਦਾ ਕੰਮ ਵੀ ਉਹਨਾਂ ਦੀਆਂ ਹੀ ਏਜੰਸੀਆਂ ਕਰੀ ਜਾ ਰਹੀਆਂ ਸਨ, ਜਿਹਦੇ ਵਿੱਚ ਅਸੀਂ ਇਤਿਹਾਸ ਦੇ ਬੜੇ ਪਾਤਰ ਪੜ੍ਹਦੇ ਹਾਂ ਕਿ ਧੀਰਮਲ ਦਾ ਜ਼ਿਕਰ ਆ ਜਾਂਦਾ ਹੈ, ਜਿਹਦੇ ਵਿੱਚ ਅਸੀਂ ਪਿਰਥੀ ਚੰਦ ਤੋਂ ਸ਼ੁਰੂ ਹੋਇਆ ਸੀ। ਪਿਰਥੀ ਚੰਦ, ਉਸ ਤੋਂ ਬਾਅਦ ਅਸੀਂ ਉਹ ਵੀ ਵੇਖਦੇ ਹਾਂ ਕਿ ਬਾਬਾ ਪਿਰਥੀ ਚੰਦ ਤੋਂ ਬਾਅਦ ਮੇਹਰ ਜੀ, ਉਸ ਤੋਂ ਬਾਅਦ ਮਿਹਰਬਾਨ ਜੀ, ਉਸ ਤੋਂ ਬਾਅਦ ਧੀਰਮਲ ਦਾ ਅਸੀਂ ਜ਼ਿਕਰ ਪੜ੍ਹਦੇ ਹਾਂ, ਫਿਰ ਬਾਬਾ ਰਾਮ ਰਾਏ ਦਾ ਜ਼ਿਕਰ ਪੜ੍ਹਦੇ ਹਾਂ। ਇਹ ਸਾਰਾ ਕੁਝ ਜੋ ਹੋ ਰਿਹਾ ਸੀ ਉਸ ਵੇਲੇ ਕਿ ਇਸ ਇਨਕਲਾਬ ਨੂੰ, ਇਸ ਗੁਰੂ ਨਾਨਕ ਬਾਬੇ ਦੀ ਲਹਿਰ ਨੂੰ ਰੋਕਣ ਦਾ, ਡਾਈਵਰਟ ਕਰਨ ਦਾ ਯਤਨ ਸੀ। ਸਤਿਗੁਰੂ ਜੀ ਇਸ ਗੱਲ ਨੂੰ ਭਲੀ ਭਾਂਤ ਜਾਣੂ ਸਨ ਕਿ ਜਿੱਥੇ ਇਹ ਸਾਰਾ ਕੁਝ ਹੋ ਰਿਹਾ ਹੈ, ਇੱਥੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੋ ਹਕੂਮਤ ਦੀ ਮਨਸ਼ਾ ਹੈ ਕਿ ਇਸ ਗੱਲ ਨੂੰ ਰੋਕਿਆ ਜਾਏ। ਇਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਜਿਹੜੀ ਸੀ, ਜਾਂ ਉੱਥੇ ਸਤਿਗੁਰੂ ਜੀ ਨੂੰ ਰੋਕਿਆ ਨਹੀਂ, ਉਹਨਾਂ ਨੂੰ ਹੁਕਮ ਕੀਤਾ ਕਿ ਤੁਸੀਂ ਬਾਬਾ ਬਕਾਲਾ ਚਲੇ ਜਾਓ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਅਸੀਂ ਜੀਵਨ ਪੜ੍ਹਦੇ ਹਾਂ, 3 ਮਾਰਚ 1664 ਨੂੰ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੱਲ ਇਸ਼ਾਰਾ ਕਰਕੇ ਤੇ ਇਹ ਗੱਲ ਕਹਿ ਜਾਂਦੇ ਨੇ ਕਿ ਬਾਬਾ ਬਸੇ ਗ੍ਰਾਮ ਬਕਾਲਾ। ਇਹ ਆਵਾਜ਼ ਮਾਰੀ ਤੇ ਇਹ ਸੰਗਤਾਂ ਨੂੰ ਸੁਨੇਹਾ ਦੇ ਦਿੱਤਾ, ਪਰ ਇਹ ਬੜਾ ਇੱਕ ਗੁਪਤ ਤੌਰ ਦੇ ਉੱਤੇ ਸੀ ਇਹਦੇ 'ਚ, ਕਿਉਂਕਿ ਪਤਾ ਸੀ ਕਿ ਸਿੱਖ ਇਨਕਲਾਬ ਦੇ ਦੁਸ਼ਮਣ ਬਹੁਤ ਨੇ। ਇਹ ਜੋ ਗੁਰੂ ਨਾਨਕ ਦੀ ਫਲਸਫਾ ਹੈ ਇਸ ਨੂੰ ਰੋਕਣ, ਕਿਉਂਕਿ ਔਰੰਗਜ਼ੇਬ ਦੀ ਜਿਹੜੀ ਮੁਤਸਵੀ ਨੀਤੀ ਸੀ ਜਿਹੜੀ ਉਸਦੀ, ਉਹ ਸਾਹਮਣੇ ਆ ਚੁੱਕੀ ਸੀ। ਸਤਿਗੁਰੂ ਜੀ ਭਲੀ ਭਾਂਤ ਇਸ ਨੂੰ ਭਾਂਪਦੇ ਸਨ, ਯਾਦ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਕਿ ਔਰੰਗਜ਼ੇਬ ਇਸ ਨੀਤੀ ਨੂੰ, ਇਸ ਸਿਸਟਮ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕਰੇਗਾ। ਸਤਿਗੁਰੂ ਜੀ ਨੇ ਜਿਸ ਵੇਲੇ ਇਹ ਆਵਾਜ਼ ਦਿੱਤੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਤੇ ਉਸ ਵੇਲੇ ਜਦੋਂ ਅਸੀਂ ਇਤਿਹਾਸ ਦੇ ਪੰਨੇ ਪੜ੍ਹਦੇ ਹਾਂ, ਇੱਕ ਦਲ ਦਿੱਲੀ ਤੋਂ ਚੱਲ ਕੇ ਤੇ ਫਿਰ ਬਾਬਾ ਬਕਾਲਾ ਤੱਕ ਪਹੁੰਚਦਾ ਹੈ, ਜਿਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਰਹਿਣ ਵਾਲੇ ਦੀਵਾਨ ਦਰਗਾ ਮੱਲ ਸਨ। ਮਾਤਾ ਸੁਲੱਖਣੀ ਜੀ ਅਗਵਾਈ ਦੇ ਵਿੱਚ ਭਾਈ ਚੌਪਤ ਰਾਏ, ਭਾਈ ਜੇਠਾ, ਭਾਈ ਮਨੀ ਰਾਮ, ਭਾਈ ਜੰਮੂ, ਭਾਈ ਗੁਰਬਖਸ਼, ਭਾਈ ਨਾਨੂ ਇਤਿਆਦਿਕ ਇਹ ਸਾਰੇ ਦੇ ਸਾਰੇ ਸਿੱਖਾਂ ਦਾ ਇੱਕ ਜੱਥਾ ਜੋ ਦਿੱਲੀ ਤੋਂ ਚੱਲ ਕੇ ਤੇ ਬਾਬਾ ਬਕਾਲਾ ਤੱਕ ਪਹੁੰਚਦਾ ਹੈ। ਕੁਝ ਸਮਾਂ ਲੱਗ ਜਾਂਦਾ ਹੈ, ਕਿਉਂਕਿ ਮਾਮਾ ਕਿਰਪਾਲ ਚੰਦ ਪਟਨਾ ਬਿਹਾਰ ਦੇ ਵਿੱਚ ਹੀ ਰੁਕ ਗਏ ਹਨ ਕੁਝ ਸਿੱਖਾਂ ਦੇ ਨਾਲ। ਜਦੋਂ ਅਸੀਂ ਪਿਛਲੇ ਦਿਨ ਹੀ ਵਿਚਾਰ ਕੀਤੀ ਸੀ, ਉਹ ਪਟਨਾ ਦੇ ਵਿੱਚ ਹੀ ਰਹਿ ਗਏ ਹਨ। ਤੇ ਇਹ ਸਿੱਖ ਜਿਹੜੇ ਨੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਕੁਝ ਸਾਥੀ ਸਨ, ਕੁਝ ਦਿੱਲੀ ਦੇ ਵਿੱਚ ਸਨ, ਇਹਨਾਂ ਦਾ ਇੱਕ ਵਫਦ, ਇੱਕ ਉਹਨਾਂ ਦਾ ਇਕੱਠ ਹੋ ਕੇ ਇੱਕ ਜੱਥਾ ਜੋ ਬਾਬਾ ਬਕਾਲਾ ਦੀ ਧਰਤੀ ਤੇ ਆਉਂਦਾ ਹੈ। ਤੇ ਅਸੀਂ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਨਾ, ਜਦੋਂ ਅਸੀਂ ਭੱਟ ਬਹੀਆਂ ਨੂੰ ਪੜ੍ਹੀਏ ਤੇ ਭੱਟ ਬਹੀਆਂ ਦੇ ਵਿੱਚ ਇਹ ਗੱਲ ਲਿਖੀ ਸਾਨੂੰ ਪ੍ਰਾਪਤ ਹੁੰਦੀ ਹੈ ਕਿ ਉਸ ਵੇਲੇ ਇਹ ਜਿਹੜਾ ਦੀਵਾਨ ਦਰਗਾ ਮੱਲ, ਮਾਤਾ ਸੁਲੱਖਣੀ ਦੀ ਅਗਵਾਈ ਦੇ ਵਿੱਚ ਇਹ ਜੋ ਸਿੱਖਾਂ ਦਾ ਜੱਥਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ, ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਜਿਹੜੀ ਰਸਮ ਸੀ 11 ਅਗਸਤ 1664 ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਗੁਰਤਾ ਗੱਦੀ ਦੀ ਜਿਹੜੀ ਜੋ ਦਾਤ ਸੀ ਇਹ ਬਖਸ਼ਿਸ਼ ਕਰ ਦਿੱਤੀ ਸੀ। ਇਹ ਸੁਨੇਹਾ ਗੁਰੂ ਦਾ ਸੀ। ਹੁਣ ਇਤਿਹਾਸ ਦੇ ਵਿੱਚ ਅਸੀਂ ਪੰਨੇ ਪੜ੍ਹਦੇ ਹਾਂ ਕਿ ਇਸ ਇਨਕਲਾਬ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜਿਸ ਵੇਲੇ ਇਹ ਪਤਾ ਲੱਗਿਆ, ਜਦੋਂ ਕਿ ਸੰਗਤਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਬਾਬਾ ਬਸੇ ਗ੍ਰਾਮ ਬਕਾਲਾ, ਕਿਉਂਕਿ ਨੀਤੀ ਦੇ ਨਾਲ, ਨੀਤੀ ਦੇ ਤਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਤਾਂ ਬਖਸ਼ਿਸ਼ ਕੀਤੀ, ਪਰ ਇਹਦਾ ਬਹੁਤ ਵੱਡਾ ਜੋ ਪ੍ਰਚਾਰ ਨਾ ਕੀਤਾ ਅਜੇ ਤੱਕ। ਕਿਉਂ ਕਿ ਕੁਝ ਸਮਾਂ ਵਿੱਚ ਸਤਿਗੁਰੂ ਜੀ ਹੋਰ ਚਾਹੁੰਦੇ ਸਨ ਕਿ ਇਹ ਇਨਕਲਾਬ, ਇਹ ਲਹਿਰ ਹੋਰ ਮਜ਼ਬੂਤ ਹੋ ਜਾਏ, ਇਸ ਦਿੱਲੀ ਤੋਂ ਦੂਰ ਹੋ ਜਾਏ। ਸੋ ਜਦੋਂ ਭੇਖੀਆਂ ਨੂੰ, ਪਖੰਡੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਦਾ ਇੱਕ ਭੁਲੇਖਾ ਬਣਾ ਕੇ ਰੱਖ ਦਿੱਤਾ ਹੈ, ਉਹਨਾਂ ਨੇ ਆਪਣੀਆਂ 22 ਮੰਜੀਆਂ ਦਾ ਅਸੀਂ ਜ਼ਿਕਰ, ਜਿਹਦੇ ਵਿੱਚ ਧੀਰਮਲ ਸਭ ਤੋਂ ਮੁਖੀ ਹੋ ਕੇ ਆਪਣੇ ਏਜੰਟ ਰੱਖ ਕੇ ਤੇ ਉੱਥੇ ਬੈਠ ਜਾਂਦੇ ਨੇ। ਹੁਣ ਮੈਂ ਇਤਿਹਾਸ ਦਾ ਇੱਕ ਪੰਨਾ ਆਪ ਨਾਲ ਹੋਰ ਸਾਂਝਾ ਕਰਨ ਜਾ ਰਿਹਾ, ਬੜਾ ਸੰਖੇਪ ਰੂਪ ਦੇ ਵਿੱਚ। ਜਿਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਦਾ ਸਮਾਂ ਸੀ, ਇੱਕ ਸਿੱਖਾਂ ਦੇ ਵਿੱਚ ਰਵਾਇਤ ਆਈ ਸੀ ਕਿ ਜਿੱਥੇ ਗੁਰੂ ਸਾਹਿਬ ਹੁੰਦੇ ਸਨ, ਜਿਸ ਸਥਾਨ ਦੇ ਉੱਤੇ ਉਹਨਾਂ ਦਾ ਟਿਕਾਣਾ ਹੁੰਦਾ ਸੀ, ਉਸ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਵਿਸਾਖੀ ਤੇ ਦੀਵਾਲੀ ਦੇ ਵੇਲੇ ਦੇ ਉੱਤੇ
ਇਹ 2 ਦੀਵਾਨ ਸਾਲਾਨਾ ਤੌਰ ਦੇ ਉੱਤੇ ਲਗਾਏ ਜਾਂਦੇ ਸਨ, ਜਿਹੜਾ 6 ਮਹੀਨੇ ਬਾਅਦ ਆ ਜਾਂਦਾ ਸੀ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਸੰਗਤਾਂ ਵੀ ਅਜੇ ਕੰਮਕਾਜ ਤੋਂ ਵਿਹਲੀਆਂ ਹੁੰਦੀਆਂ ਸਨ ਤੇ ਸਾਰੇ ਲੋਕ ਫ੍ਰੀ ਹੁੰਦੇ ਸਨ। ਤੇ ਫਿਰ ਇਹ ਦੀਵਾਨ ਲਗਾਇਆ ਜਾਂਦਾ ਸੀ, ਜਿਹਦੇ ਵਿੱਚ ਦੂਰੋਂ ਦਰੇੜਿਓਂ ਜੋ ਗੁਰੂ ਨਾਨਕ ਦੇ ਘਰ ਦੇ ਨਾਲ ਜੁੜੇ ਹੋਏ ਲੋਕ ਸਨ, ਜੋ ਮਸੰਦ ਸਨ ਜਾਂ ਜੋ ਗੁਰੂ ਨਾਨਕ ਬਾਬੇ ਦੇ ਇਸ ਪ੍ਰਚਾਰ ਵਿੱਚ ਸਨ, ਉਹ ਉਸ ਸਥਾਨ ਦੇ ਉੱਤੇ ਪਹੁੰਚ ਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੂੰ ਜੋ ਦਸਵੰਧ ਦੀਆਂ ਰਕਮਾਂ ਸੰਗਤਾਂ ਦੀ ਇਕੱਠੀਆਂ ਹੁੰਦੀਆਂ ਸਨ ਉਹ ਦਿੰਦੇ ਸਨ, ਅਤੇ ਨਵੇਂ ਹੁਕਮਨਾਮੇ ਲੈ ਕੇ ਕਿ ਨਵੀਂ ਨੀਤੀਆਂ ਕਿ ਕਿਸ ਤਰੀਕੇ ਦੇ ਨਾਲ ਕੰਮਕਾਜ ਕਰਨੇ ਹਨ, ਇਹ ਸਭ ਕੁਝ ਲੈ ਕੇ ਸਾਧ ਸੰਗਤ ਜੀ ਸਿੱਖ ਇਨਕਲਾਬ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਅਸੀਂ ਵੇਖਦੇ ਹਾਂ। ਅੱਜ ਗੁਰੂ ਨਾਨਕ ਦਾ ਜੋ ਫਲਸਫਾ ਹੈ ਨਾ, ਕਈ ਵਾਰ ਅਸੀਂ ਭੁੱਲ ਜਾਂਦੇ ਹਾਂ ਕਿ ਇਸ ਫਲਸਫੇ ਦੇ ਵਿੱਚ ਪਤਾ ਨਹੀਂ ਨਵੀਂ ਚੀਜ਼ ਆ ਗਈ, ਕਿੱਥੋਂ ਆ ਗਈ। ਜਦੋਂ ਇਤਿਹਾਸ ਦੇ ਅਸੀਂ ਪੰਨੇ ਛਾਣਦੇ ਹਾਂ, ਜਦੋਂ ਇਤਿਹਾਸ ਦੇ ਅਸੀਂ ਪੰਨੇ ਪੜ੍ਹਦੇ ਹਾਂ, ਉਹਨਾਂ ਪੰਨਿਆਂ ਦੇ ਵਿੱਚੋਂ ਸਾਡੇ ਸਾਹਮਣੇ ਇਹ ਚੀਜ਼ ਸਾਡੇ ਸਾਹਮਣੇ ਆਉਂਦੀ ਨਜ਼ਰ ਆਉਂਦੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਮੇਂ ਸੰਗਤਾਂ ਦੇ ਇਕੱਠ ਕੀਤੇ ਜਾਂਦੇ ਸਨ, ਉਹਨਾਂ ਨੂੰ ਪ੍ਰੋਗਰਾਮ ਦਿੱਤੇ ਜਾਂਦੇ ਸਨ, ਉਹਨਾਂ ਨੂੰ ਦੀ ਰੂਪ ਰੇਖਾ ਤਿਆਰ ਕੀਤੀ ਜਾਂਦੀ ਸੀ ਕਿ ਇਸ ਤਰੀਕੇ ਦੇ ਨਾਲ ਕੰਮ ਹੋਣੇ ਨੇ। ਗੁਰੂ ਅਮਰਦਾਸ ਪਾਤਸ਼ਾਹ ਦੇ ਵੇਲੇ ਹੀ ਇਹ ਬਿਲਕੁਲ ਪਰੰਪਰਾ ਚੱਲ ਪਈ ਸੀ। ਹੁਣ ਜਦੋਂ ਦੀਵਾਲੀ ਦਾ ਸਮਾਂ ਆਇਆ ਅਕਤੂਬਰ ਦੇ ਮਹੀਨੇ ਦਾ, ਤੇ ਗੁਰੂ ਨਾਨਕ ਦੇ ਘਰ ਦਾ ਇੱਕ ਅਨੰਨ ਸਿੱਖ ਜਿਹੜਾ ਗੁਰੂ ਨਾਨਕ ਬਾਬੇ ਦੇ ਘਰ ਦਾ ਮਸੰਦ ਵੀ ਸੀ, ਗੁਰੂ ਨਾਨਕ ਆਪਣਾ ਕਿਰਤੀ ਸਿੱਖ ਸੀ, ਜਿਹਨੂੰ ਇਤਿਹਾਸ ਦੇ ਵਿੱਚ ਅਸੀਂ ਬਾਬਾ ਮੱਖਣ ਸ਼ਾਹ ਲਵਾਨਾ ਕਰਕੇ ਯਾਦ ਕਰਦੇ ਹਾਂ, ਜਿਹਦੀਆਂ ਪਿਛਲੀਆਂ 4 ਪੁਸਤਾਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਬਾਬੇ ਤੋਂ ਸ਼ੁਰੂ ਹੋਈਆਂ ਸੀ। ਬਾਬਾ ਸੋਨ ਤੋਂ ਇੱਕ ਵੱਖਰਾ ਚੈਪਟਰ ਹੈ ਇਹਨਾਂ ਦਾ ਕਿ ਜਦੋਂ ਗੁਜਰਾਤ ਦੇ ਇਲਾਕੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਮਟਨ ਤੋਂ ਵਾਪਸ ਜਾਂਦੇ ਨੇ, ਤੇ ਜਿਹੜਾ ਇੱਧਰ ਦਾ ਇਲਾਕਾ ਉੱਪਰ ਦੇ ਜਿਹੜੇ ਕਸ਼ਮੀਰ ਦੇ ਇਲਾਕਿਆਂ ਤੋਂ ਹੁੰਦੇ ਹੋਏ ਜਿਹੜਾ ਕਸ਼ਮੀਰ ਦੇ ਵਿੱਚ ਜਿਹੜਾ ਗੁਜਰਾਤ ਸੀ, ਉੱਥੇ ਸਤਿਗੁਰੂ ਜੀ ਦੇ ਨਾਲ ਮੁਲਾਕਾਤ ਹੋਈ ਹੈ। ਉੱਥੋਂ ਗੁਰੂ ਨਾਨਕ ਦੇ ਘਰ ਦੀ ਸਿੱਖੀ ਪ੍ਰਾਪਤ ਕੀਤੀ। ਉਸ ਵੇਲੇ ਇਹਨਾਂ ਦਾ ਕਿੱਤਾ ਪਤਾ ਕੀ ਸੀ? ਇਹਨਾਂ ਦਾ ਕਿੱਤਾ ਸੀ ਕਿ ਜੋ ਟਰਾਂਸਪੋਰਟ ਮੀਨਸ ਆਫ ਟਰਾਂਸਪੋਰਟ ਸਨ, ਵੱਡੇ ਵੱਡੇ ਜਿਹੜੇ ਕੰਮ ਸਨ, ਉਹ ਇਹਨਾਂ ਦੇ ਹੱਥ ਵਿੱਚ ਸਨ। ਬਾਬਾ ਸਾਬਨ ਜੀ ਦੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਫਿਲਾਸਫੀ ਤੋਂ ਉਹ ਪ੍ਰਭਾਵਿਤ ਹੋ ਕੇ ਗੁਰੂ ਨਾਨਕ ਦੇ ਸਿੱਖ ਬਣੇ, ਔਰ ਸਿੱਖ ਬਣੇ ਇਹਨਾਂ ਦੀ ਫਿਰ ਪੁਸ਼ਤਾਂ ਕੰਮ ਕਰਦੀਆਂ ਸਨ। ਤੇ ਅੱਗੇ ਜਾ ਕੇ ਬਾਬਾ ਮੱਖਣ ਸ਼ਾਹ ਲਵਾਨਾ ਦਾ ਜਦੋਂ ਅਸੀਂ ਜ਼ਿਕਰ ਇਤਿਹਾਸ 'ਚ ਪੜ੍ਹਦੇ ਹਾਂ, ਇਹ ਪਹੁੰਚਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਿਆ ਕਿ ਬਾਬੇ ਬਕਾਲੇ ਦੀ ਧਰਤੀ ਤੇ ਹਨ, ਤੇ ਬਾਬਾ ਬਕਾਲੇ ਦੀ ਧਰਤੀ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਲਈ ਜਦੋਂ ਗਏ ਤੇ ਜਾ ਕੇ ਕੀ ਵੇਖਿਆ, ਸੰਗਤਾਂ ਦਾ ਦਸਵੰਧ ਕੋਲ ਹੈ, 1000 ਮੋਹਰਾਂ ਦਾ ਜ਼ਿਕਰ ਕੀਤਾ ਕਿਸੇ ਨੇ, ਆਪਣਾ ਦਸਵੰਧ ਵੀ ਦੇਣਾ ਹੈ, ਜੋ ਆਪਣੀਆਂ ਅਰਦਾਸਾਂ ਜੋ ਇਕੱਤਰ ਹੋਇਆ ਸੀ ਉਹ ਵੀ ਦੇਣਾ। ਔਰ ਸਰਕਾਰੀ ਮਹਿਕਮਿਆਂ ਦੇ ਵਿੱਚ ਇਹਨਾਂ ਦੀ ਸਪਲਾਈ ਸੀ ਊਠਾਂ ਤੇ ਗੱਡਿਆਂ ਦੇ ਰਾਹੀਂ। ਨਮਕ ਦੇ ਇਹ ਬਹੁਤ ਵੱਡੇ ਵਪਾਰੀ ਸਨ। ਉਸ ਵੇਲੇ ਜਦੋਂ ਇਹਨਾਂ ਨੇ ਇਹ ਕੰਮ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਗਏ ਤੇ ਜਾ ਕੇ ਵੇਖਦੇ ਕੀ ਹਨ, ਬਕਾਲੇ ਦੇ ਵਿੱਚ ਇੱਕ ਵੱਖਰਾ ਹੀ ਸਿਸਟਮ ਲੱਗਾ ਹੋਇਆ, 22 ਮੰਜੀਦਾਰ ਬੈਠੇ ਨੇ, ਸਭ ਦਾਅਵੇ ਕਰ ਰਹੇ ਹਨ ਕਿ ਅਸੀਂ ਗੁਰਤਾ ਗੱਦੀ ਦੇ ਮਾਲਕ ਹਾਂ। ਬੜੀ ਨੀਤੀ ਦੇ ਨਾਲ ਬਾਬਾ ਮੱਖਣ ਸ਼ਾਹ ਲਵਾਨਾ ਨੇ ਜਦੋਂ ਉੱਥੇ ਜ਼ਿਕਰ ਕੀਤਾ ਕਿ ਉਹਨਾਂ ਨੇ ਜਦੋਂ ਬੜੀ ਨੀਤੀ ਰੱਖੀ, ਉਸ ਨੀਤੀ ਦੇ ਵਿੱਚੋਂ ਉਹਨਾਂ ਨੇ ਸਾਰਿਆਂ ਦੇ ਅੱਗੇ 2-2 ਮੋਹਰਾਂ ਰੱਖਣੀਆਂ ਸ਼ੁਰੂ ਕੀਤੀਆਂ। ਸਭ ਕਹਿਣ ਲੱਗੇ ਕਿ ਬੜਾ ਆਸ਼ੀਰਵਾਦ ਦਿੰਦੇ, ਧਨਾਟ ਜਾਣਦੇ ਨੇ, ਕਿਉਂਕਿ ਸਰਕਾਰੀ ਮਹਿਕਮੇ ਵਿੱਚ ਸਪਲਾਈ ਹਨ, ਇੱਕ ਸਪਲਾਇਰ ਹਨ ਬਹੁਤ ਵੱਡੇ, ਤੇ ਇਹਨਾਂ ਨੂੰ ਹਕੂਮਤ ਦੀ ਤਰੋਂ ਪਰਮਿਸ਼ਨ ਮਿਲੀ ਹੋਈ ਸੀ। 500 ਘੋੜ ਸਵਾਰ ਜਿਹੜੇ ਹਥਿਆਰ ਇਹਨਾਂ ਦੇ ਕੋਲ, ਬੰਦੂਕਧਾਰੀ ਘੋੜ ਸਵਾਰ ਇਹ ਰੱਖ ਸਕਦੇ ਸਨ ਨਾਲ। ਇਤਨਾ ਵੱਡਾ ਕਾਫਲਾ ਇਹਨਾਂ ਦਾ ਨਾਲ ਸੀ। 2 ਪੁੱਤਰ ਵੀ ਨਾਲ ਲੈ ਕੇ ਆਏ ਨੇ, ਜਿਨ੍ਹਾਂ ਨੂੰ ਨਾਂ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ, ਲਾਲ ਚੰਦ ਤੇ ਚੰਦੂ ਲਾਲ। ਇਹ 2 ਪੁੱਤਰ ਹਨ। ਇਹਨਾਂ ਦੀ ਧਰਮ ਸੁਪਤਨੀ ਜਿਹੜੀ ਸੀ, ਜਿਹਦਾ ਨਾਂ ਅਸੀਂ ਸੋਲ ਜੀ ਪੜ੍ਹਦੇ ਹਾਂ ਇਤਿਹਾਸ ਦੇ ਵਿੱਚ, ਇਹ ਵੀ ਨਾਲ ਆਏ ਨੇ। ਜਦੋਂ ਮੱਥਾ ਟੇਕਿਆ ਤੇ ਹਰ ਇੱਕ ਨੇ ਆਸ਼ੀਰਵਾਦ ਦਿੱਤਾ, ਤਸੱਲੀ ਨਹੀਂ ਹੋਈ। ਤੇ ਜਦੋਂ ਅਸਲ ਗੁਰੂ ਦੇ ਕੋਲ ਪਹੁੰਚੇ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ, ਤੇ ਜਾ ਕੇ ਜਦੋਂ 2 ਮੋਹਰਾਂ ਰੱਖੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਲਿਆ ਦਸਵੰਧ, ਇਸ ਦਸਵੰਧ ਦੇ ਨਾਲ ਸਿੱਖਾਂ ਦੇ ਕਾਰਜ ਚੱਲ ਸਕਦੇ ਹਨ, ਕੰਮ ਪੂਰੇ ਹੋ ਸਕਦੇ ਨੇ, ਕਿੱਥੇ ਹੈ ਬਾਕੀ ਦਸਵੰਧ? ਸਮਝ ਗਏ, ਅੰਦਰੋਂ ਗਦਗਦ ਹੋ ਗਏ ਕਿ ਇਹੀ ਅਸਲ ਗੁਰੂ ਹੈ, ਜਿਸ ਗੁਰੂ ਦੀ ਭਾਲ ਵਿੱਚ ਹਾਂ ਇਹ ਸਾਰੇ ਨਕਲੀ ਬਾਰ ਬੈਠੇ ਹਨ। ਉਸ ਵੇਲੇ ਉਹਨਾਂ ਨੇ ਬਾਹਰ ਨਿਕਲ ਕੇ, ਕਿਉਂਕਿ ਸਮਰੱਥ ਸਨ, ਉਹਨਾਂ ਦੇ ਕੋਲ ਇੱਕ 500 ਘੋੜਸਵਾਰ ਦੀ ਫੌਜ ਸੀ, ਸਭ ਕੁਝ ਸੀ, ਤੇ ਉਹਨਾਂ ਨੇ ਡਿਕਲੇਅਰ ਕਰ ਦਿੱਤਾ, ਗੁਰਲਾਦੋ ਰੇ, ਜੋ ਇਹ ਇਤਿਹਾਸ ਦੇ ਪੰਨਿਆਂ ਦੇ ਵਿੱਚ 9 ਅਕਤੂਬਰ 1664 ਦਾ ਇਹ ਅਸੀਂ ਦਿਨ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਨੇ ਗੁਰਲਾਦੋ ਰੇ ਉਸ ਦਿਨ ਉੱਥੇ ਡਿਕਲੇਅਰ ਕੀਤਾ ਹੈ। ਸੋ ਇਹ ਇਤਿਹਾਸ ਦੇ ਪੰਨੇ ਜਿਹਦੇ ਵਿੱਚ ਅਸੀਂ ਜ਼ਿਕਰ ਕਰਦੇ ਹਾਂ, ਕਿਉਂਕਿ ਲੂਣ ਦਾ ਵਪਾਰ ਕਰਦੇ ਸਨ, ਨਮਕ ਦਾ ਵਪਾਰ ਕਰਦੇ ਸਨ, ਤੇ ਇਹਨਾਂ ਨੂੰ ਲਵਾਣੇ ਕਿਹਾ ਜਾਂਦਾ ਸੀ।
ਅੱਜ ਦੁਖਾਂਤ ਹੈ ਮੇਰੀ ਕੌਮ ਦਾ ਸਿੱਖ, ਜਿਹਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਬਾਟੇ ਵਿੱਚ ਪਾ ਕੇ ਇੱਕ ਕੀਤਾ ਸੀ। ਅਸੀਂ ਕਿੱਤਿਆਂ ਦੇ ਉੱਤੇ, ਅਸੀਂ ਇਲਾਕਿਆਂ ਦੇ ਹਿਸਾਬ ਦੇ ਨਾਲ, ਜੇ ਮੁਜ਼ੱਫਰਾਬਾਦ ਦਾ ਕੋਈ ਤਾਂ ਅਸੀਂ ਮੁਜ਼ੱਫਰਾਬਾਦੀ ਕਹਿ ਦਿੱਤਾ, ਜੇ ਪੁੰਛ ਦੇ ਇਲਾਕੇ ਵਿੱਚੋਂ ਆਇਆ ਤੇ ਪੁੰਛੀ ਕਹਿ ਦਿੱਤਾ, ਜੇ ਕੋਈ ਲੂਣ ਦਾ ਕੰਮ ਕਰਨ ਵਾਲਾ ਸੀ ਲੁਬਾਣਾ ਕਹਿ ਦਿੱਤਾ। ਵੱਖ-ਵੱਖ ਤਰੀਕਿਆਂ ਦੇ ਨਾਲ ਅਸੀਂ ਵੰਡੇ ਗਏ ਹਾਂ। ਆਓ ਇਤਿਹਾਸ ਦੇ ਇਹਨਾਂ ਪੰਨਿਆਂ ਨੂੰ ਜਾਣੀਏ ਤਾਂ ਕਿ ਸਾਡੀਆਂ ਜਿਹੜੀਆਂ ਇਹ ਅਸੀਂ ਸ਼ਤਾਬਦੀਆਂ ਮਨਾ ਰਹੇ ਹਾਂ, ਇਹ ਸ਼ਤਾਬਦੀਆਂ ਸਾਡੀਆਂ ਸਫਲ ਹੋ ਸਕਣ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਉਪਦੇਸ਼ ਦਿੱਤਾ ਸੀ, ਉਸ ਉਪਦੇਸ਼ ਦੇ ਵਿੱਚੋਂ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ ਉਹ ਭਲਿਆ, ਕਿੱਥੇ ਤੂੰ ਗਫਲਤ ਦੀ ਨਿੰਦਰ ਵਿੱਚ ਸੁੱਤਾ ਹੋਇਆ। ਜੋ ਤੁਹਾਨੂੰ ਉਪਜਿਓ ਸੰਗ ਹੀ ਸੋਪੀ ਸੰਗ ਨਾ ਹੋਇਆ, ਜਿਹੜਾ ਨਾਲ ਤੇਰੇ ਸਰੀਰ ਆਇਆ ਸੀ ਇਹ ਵੀ ਤੇਰੇ ਨਾਲ ਨਹੀਂ ਜਾਣਾ ਭਲਿਆ। ਤੇ ਫਿਰ ਇੱਕ ਗੱਲ ਯਾਦ ਰੱਖੀ, ਮਾਤ ਪਿਤਾ ਸੁਤ ਬੰਧ ਜਨ ਹਿਤ, ਜਿਹੜਾ ਮਾਤ ਪਿਤਾ ਸੁਤ ਬੰਧ ਹਿਤ ਜਨ ਸਿਉ ਕੀਨਾ, ਜਿਹੜਾ ਤੂੰ ਇਹ ਪਿਆਰ ਉਹਨਾਂ ਦੇ ਨਾਲ ਪਾ ਕੇ ਬੈਠਾ ਹੋਇਆ ਨਾ, ਹਿਤ ਜਾਂ ਸਿਉ ਕੀਨਾ, ਜਿਉ ਛੁਟਤ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ, ਜਦੋਂ ਅੰਦਰੋਂ ਜੋਤ ਨਿਕਲ ਜਾਣੀ ਨਾ ਤੇਰੀ ਭਲਿਆ, ਫਿਰ ਤੈਨੂੰ ਅਗਨ ਦੇ ਵਿੱਚ ਇਹਨਾਂ ਨੇ ਹੀ ਆਪਣੇ ਹੱਥੀਂ ਪਾ ਕੇ ਆਣਾ। ਇਸ ਗੱਲ ਨੂੰ ਯਾਦ ਰੱਖੀ, ਜੀਵਤ ਲੋ ਵਿਵਹਾਰ ਹੈ ਜਗ ਕੋ ਤੁਮ ਜਾਨੋ, ਜੀਵਤ ਲੋ ਵਿਵਹਾਰ ਹੈ। ਜੀਂਦਿਆਂ ਜੀ ਦਾ ਇਹ ਸਾਰਾ ਕੁਝ ਹੈ। ਜਦੋਂ ਅੰਦਰੋਂ ਜਾਨ ਨਿਕਲਣੀ ਹੈ, ਜਦੋਂ ਪ੍ਰਾਣ ਨਿਕਲਣੇ ਹਨ, ਤੇ ਭਲਿਆ ਇਸ ਜੱਗ ਦੀ ਅਸਲੀਅਤ ਨੂੰ ਤੂੰ ਜਾਣ। ਨਾਨਕ ਹਰ ਗੁਣ ਗਾਏ ਲੈ ਸਭ ਸੁਫਨ ਸਮਾਨੋ, ਇਸ ਕਰਕੇ ਰੱਬ ਪਰਮਾਤਮਾ ਪਰਮੇਸ਼ਵਰ ਦੇ ਗੁਣ ਗਾਇਆ ਕਰ। ਇਹ ਸੰਸਾਰ ਨਾਸ਼ਵਾਨ ਹੈ, ਇਹ ਸੰਸਾਰ ਮੁੱਕ ਜਾਣ ਵਾਲਾ ਹੈ, ਇਸ ਦੇ ਝਾਂਸੇ ਵਿੱਚ ਨਾ ਆ ਭਲਿਆ। ਇਤਨੀ ਬੇਨਤੀ ਪ੍ਰਵਾਨ ਕਰਨੀ, ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।